ਹੋਰ ਸਭ ਵਧੀਆ ਹੈ। ਹਾਂਜੀ, ਸਭ ਵਧੀਆ ਹੈ। ਕੀ ਚਰਚਾ ਹੋ ਰਹੀ ਹੈ ਪਿੰਡ ਵਿੱਚ? ਕੀ ਕਰ ਰਹੇ ਨੇ ਲੋਕ ਬੈਠ ਕੇ? ਪਿੰਡਾਂ ਵਿੱਚ ਜਿਹੜੀ ਚਰਚਾ ਹੈ, ਵੈਸੇ ਤਾਂ ਸਭ ਵਧੀਆ ਹੈ। ਇਹ ਜੋ ਨया ਬਿੱਲ ਵਗੈਰਾ ਜੋ ਚੱਲ ਰਿਹਾ ਹੈ, ਇਹ ਜਿਹੜਾ ਪਾਸ ਹੋਇਆ ਹੈ, ਇਸ ਨੂੰ ਲੈ ਕੇ ਕਨਫਿਊਜ਼ਨ ਹੈ ਤੇ ਸਾਰੇ ਪਿੰਡ ਵਾਲੇ ਇੱਥੇ ਬੈਠੇ ਨੇ ਇਕੱਠੇ ਹੋ ਕੇ। ਤਾਂ ਤੁਸੀਂ ਆ ਹੀ ਗਏ ਹੋ ਤਾਂ ਚਰਚਾ ਕਰ ਲੈਂਦੇ ਆ। ਬਿਲਕੁਲ ਜ਼ਰੂਰੀ ਹੈ, ਇਹ ਜਿਹੜਾ ਬਿੱਲ ਹੈ ਇਹਦੀ ਚਰਚਾ ਹੋਣੀ ਚਾਹੀਦੀ ਹੈ। ਜੀ ਨਮਸਕਾਰ, ਬੈਠੋ। ਤੁਹਾਨੂੰ ਸਾਰਿਆਂ ਨੂੰ ਮੇਰੇ ਨਮਸਕਾਰ। ਬੈਠੋ ਸਾਹਿਬ। ਮੈਂ ਤੁਹਾਥੋਂ ਸਿਰਫ ਇਹੀ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਬਿੱਲ ਆ ਰਿਹਾ ਹੈ, ਇਸ ਤੋਂ ਜ਼ਮੀਂਦਾਰ ਨੂੰ ਕੀ ਫਾਇਦਾ ਹੈ? ਹੁਣੇ ਤੱਕ ਜੋ ਸਾਡੇ ਦੇਸ਼ ਵਿੱਚ ਕਾਨੂੰਨ ਮੰਡੀ ਕਾਨੂੰਨ ਸੀਗਾ, ਉਸ ਵਿੱਚ ਸਾਡੇ ਕੋਲ ਮੰਡੀਆਂ ਸੀਗੀਆਂ। ਕਿਸੇ ਵੀ ਵਪਾਰੀ ਨੂੰ ਜੇਕਰ ਕਿਸਾਨ ਤੋਂ ਕੁਝ ਲੈਣਾ ਹੁੰਦਾ ਸੀ ਤਾਂ ਉਸ ਨੂੰ ਮੰਡੀ ਜਾਣਾ ਪੈਂਦਾ ਸੀ ਅਤੇ ਲਾਇਸੈਂਸਧਾਰੀ ਜਿਹੜਾ ਵਪਾਰੀ ਹੁੰਦਾ ਸੀ, ਵਿਚੋਲੀਆ ਹੁੰਦਾ ਸੀ, ਉਸ ਦੇ ਜ਼ਰੀਏ ਇਹ ਵਪਾਰ ਹੁੰਦਾ ਸੀ। ਇਸ ਕਾਨੂੰਨ ਨੇ ਇਹ ਕਿਹਾ ਹੈ ਕਿ ਕਿਸਾਨ ਅਤੇ ਖਰੀਦਾਰ ਕੋਈ ਮੰਡੀ ਜਾਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਹਾਨੂੰ ਮੰਡੀ ਵਿੱਚ ਰੇਟ ਅੱਛਾ ਮਿਲਦਾ ਹੈ, ਤੁਸੀਂ ਮੰਡੀ ਵਿੱਚ ਵੇਚੋ। ਜੇਕਰ ਤੁਹਾਨੂੰ ਮੰਡੀ ਦੇ ਬਾਹਰ ਰੇਟ ਚੰਗਾ ਮਿਲਦਾ ਹੈ ਤਾਂ ਤੁਸੀਂ ਬਾਹਰ ਵੇਚੋ। ਕਿਸਾਨ ਨੂੰ ਇਸ ਕਾਨੂੰਨ ਨੇ ਇਹ ਆਜ਼ਾਦੀ ਦੇ ਦਿੱਤੀ ਹੈ ਕਿ ਤੁਹਾਨੂੰ ਜਿੱਥੇ ਰੇਟ ਅੱਛਾ ਮਿਲੇ ਤੁਸੀਂ ਉੱਥੇ ਮਾਲ ਵੇਚੋ। ਪਹਿਲੇ ਵੀ ਕਾਨੂੰਨ ਸੀ ਅਤੇ ਹੁਣ ਵੀ ਇਹ ਕਾਨੂੰਨ ਹੈ, ਅਤੇ ਇਹ ਨਏ ਕਾਨੂੰਨ ਤੋਂ ਸਾਨੂੰ ਕੀ ਫਾਇਦਾ ਹੋਣ ਵਾਲਾ ਹੈ? ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਸਾਨ ਨੂੰ ਕੀ ਫਾਇਦਾ ਹੋਏਗਾ ਨਏ ਕਾਨੂੰਨ ਤੋਂ, ਹੁਣ ਜਿਸ ਤਰ੍ਹਾਂ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਨੂੰ ਪੈਸਾ ਚਾਹੀਦਾ ਹੈ, ਤਾਂ ਇਹ ਜੋ ਕਾਨੂੰਨ ਹੈ ਤੁਹਾਡਾ, ਇਸ ਵਿੱਚ ਤੁਹਾਨੂੰ ਇਹ ਆਜ਼ਾਦੀ ਦਿੱਤੀ ਗਈ ਹੈ ਕਿ ਤੁਸੀਂ ਸਿਰਫ ਜਿਸ ਤਰ੍ਹਾਂ ਬਾਜ਼ਾਰ ਵਿੱਚ ਮੰਡੀ ਜਾ ਕੇ ਵਪਾਰ ਕਰਦੇ ਹੋ, ਜੇਕਰ ਤੁਹਾਨੂੰ ਲੱਗਦਾ ਹੈ ਕਿ ਮੰਡੀ ਦੇ ਬਾਹਰ ਵੀ ਤੁਹਾਨੂੰ ਚੰਗਾ ਰੇਟ ਮਿਲ ਰਿਹਾ ਹੈ ਅਤੇ ਤੁਸੀਂ ਉਸ ਨੂੰ ਦੇਖ ਕੇ ਖੁਸ਼ ਹੋ, ਜਾਂ ਤੁਸੀਂ ਕਿਸੇ ਹੋਰ ਵਪਾਰੀ ਨੂੰ ਜਾਂ ਡਾਇਰੈਕਟ ਮਿਲ ਨੂੰ ਜਾਂ ਕਿਸੇ ਹੋਟਲ ਨੂੰ, ਕਿਸੇ ਕੰਪਨੀ ਨੂੰ, ਕਿਸੇ ਐਕਸਪੋਰਟਰ ਨੂੰ, ਜਿਸ ਨੂੰ ਵੀ ਤੁਸੀਂ ਦੇਣਾ ਹੈ, ਤੁਸੀਂ ਉਸ ਨਾਲ ਸੌਦਾ ਕਰ ਸਕਦੇ ਹੋ ਅਤੇ ਆਪਣੇ ਵਪਾਰ ਦੇ ਹਿਸਾਬ ਨਾਲ ਜਿੱਥੇ ਤੁਹਾਨੂੰ ਰੇਟ ਚੰਗਾ ਮਿਲੇ ਤੁਸੀਂ ਸੌਦਾ ਕਰ ਸਕਦੇ ਹੋ ਅਤੇ ਆਪਣਾ ਮੁਨਾਫਾ ਕਮਾਓ। ਤਾਂ ਇਹ ਜੋ ਆਜ਼ਾਦੀ ਹੈ, ਇਹ ਜੋ ਪਹਿਲੇ ਨਹੀਂ ਸੀ, ਇਹ ਇਸ ਕਾਨੂੰਨ ਨੇ ਦੇ ਦਿੱਤੀ ਹੈ। ਹੁਣ ਤੋਂ ਪਹਿਲਾਂ ਜੋ ਸਿਸਟਮ ਚਲਾ ਆ ਰਿਹਾ ਹੈ, ਉਸ ਦੇ ਹਿਸਾਬ ਨਾਲ ਕਿਸਾਨ ਤੋਂ ਮਾਲ ਆੜ੍ਹਤੀ ਖਰੀਦਦਾ ਸੀ। ਹੁਣ ਇਹ ਨया ਜੋ ਕ੍ਰਿਸ਼ੀ ਕਾਨੂੰਨ ਆਇਆ ਹੈ, ਇਸ ਦੇ ਅਨੁਸਾਰ ਕਿਸਾਨ ਨਾਲ ਹੁਣ ਕੌਣ-ਕੌਣ ਮਾਲ ਖਰੀਦ ਸਕਦਾ ਹੈ? ਇਹ ਕਿਸ-ਕਿਸ ਨੂੰ ਕਿਸਾਨ ਆਪਣਾ ਮਾਲ ਵੇਚ ਸਕਦਾ ਹੈ? ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਹਿਲੇ ਸਾਨੂੰ ਮੰਡੀ ਜਾਣਾ ਪੈਂਦਾ ਸੀ, ਹੁਣ ਇਸ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਜਿੱਥੇ ਚਾਹੋ ਉੱਥੇ ਵਪਾਰ ਕਰ ਸਕਦੇ ਹੋ। ਹੁਣ ਜਿਸ ਤਰ੍ਹਾਂ ਅਸੀਂ ਲੋਕ ਬੈਠੇ ਹਾਂ, ਇੱਥੇ ਘਰ 'ਚ ਬੈਠੇ ਹਾਂ, ਖੇਤ 'ਚ ਬੈਠੇ ਹਾਂ, ਹੋਟਲ 'ਚ ਬੈਠੇ, ਕਿਤੇ ਗੋਦਾਮ ਵਿੱਚ ਮਾਲ ਪਿਆ ਹੈ, ਤੁਸੀਂ ਵਪਾਰੀ ਨੂੰ ਉੱਥੇ ਬੁਲਾਓ, ਆਪਣੇ ਖੇਤ ਵਿੱਚ ਲੈ ਜਾਓ ਜਾਂ ਉਸ ਦੇ ਕੋਲ ਤੁਸੀਂ ਚਲੇ ਜਾਂਦੇ ਹੋ। ਜਿੱਥੇ ਤੁਹਾਨੂੰ ਸੁਵਿਧਾ ਹੋਏ ਤੁਸੀਂ ਉੱਥੇ ਬੈਠ ਕੇ ਆਪਸ ਵਿੱਚ ਸੌਦਾ ਕਰੋ, ਰੇਟ ਤੈਅ ਕਰੋ ਅਤੇ ਅੱਗੇ ਵਧੋ। ਤੁਹਾਨੂੰ ਮੰਡੀ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ, ਚਾਹੇ ਉਹ ਛੁੱਟੀ ਦਾ ਦਿਨ ਹੋਵੇ, ਰਾਤ ਦਾ ਸਮਾਂ ਹੈ, ਦਿਨ ਦਾ ਸਮਾਂ ਹੈ, ਮੰਡੀ ਚਾਲੂ ਹੈ, ਬੰਦ ਹੈ, ਉਸ ਨਾਲ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਹੈ। ਜਿੱਥੇ ਤੁਹਾਨੂੰ ਸੁਵਿਧਾ ਮਿਲੇ, ਵਪਾਰੀ ਦੇ ਘਰ 'ਤੇ, ਤੁਹਾਡੇ ਘਰ 'ਤੇ, ਮੰਡੀ ਦੇ ਉੱਤੇ, ਗੋਡਾਊਨ ਵਿੱਚ, ਸਾਈਲੋ ਵਿੱਚ, ਜਿੱਥੇ ਤੁਸੀਂ ਚਾਹੋ, ਇਹ ਸੁਵਿਧਾ ਇਸ ਕਾਨੂੰਨ ਨੇ ਤੁਹਾਨੂੰ ਦੇ ਦਿੱਤੀ। ਇਹ ਜਿਹੜਾ ਨया ਕਾਨੂੰਨ ਆਇਆ ਹੈ, ਇਸ ਵਿੱਚ ਜ਼ਮੀਂਦਾਰ ਕਿਹੜੀ-ਕਿਹੜੀ ਚੀਜ਼ ਨੂੰ ਵੇਚ ਸਕਦਾ ਹੈ। ਜਿਸ ਤਰ੍ਹਾਂ ਇਹ ਕਿਹਾ ਜਾਂਦਾ ਹੈ ਕਿ ਸਾਹਿਬ ਅਸੀਂ ਕੌਣ ਸਾ ਸੌਦਾ ਕਰ ਸਕਦੇ ਹਾਂ, ਕਿਆ ਸਿਰਫ ਫਸਲਾਂ ਹੋਣਗੀਆਂ, ਕਿਆ ਸਿਰਫ ਦਾਲਾਂ ਹੋਣਗੀਆਂ, ਕਿਆ ਸਿਰਫ ਅਨਾਜ ਹੋਏਗਾ। ਇਸ ਕਾਨੂੰਨ ਦੇ ਹਿਸਾਬ ਵਿੱਚ ਇਹ ਲਿਖਿਆ ਹੈ ਕਿ ਜੋ ਵੀ ਚੀਜ਼ ਕਿਸਾਨ ਪੈਦਾ ਕਰਦਾ ਹੈ, ਚਾਹੇ ਉਹ ਅਨਾਜ ਹੈ, ਦਾਲਾਂ ਹਨ, ਤਿਲਹਨ ਹੈ, ਮੁਰਗੀ ਹੈ, ਅੰਡਾ ਹੈ, ਮੱਛਲੀ ਹੈ, ਗੂਲ ਹੈ, ਜੂਟ ਹੈ, ਕਾਟਨ ਹੈ, ਜੋ ਵੀ ਚੀਜ਼ ਕਿਸਾਨ ਪੈਦਾ ਕਰ ਸਕਦਾ ਹੈ, ਤੁਸੀਂ ਇਸ ਨਏ ਕਾਨੂੰਨ ਦੇ ਹਿਸਾਬ ਨਾਲ ਉਸ ਵਿੱਚ ਸੌਦਾ ਕਰ ਸਕਦੇ ਹੋ ਅਤੇ ਉਸ ਦੇ ਲਈ ਮੰਡੀ ਜਾਣਾ ਜ਼ਰੂਰੀ ਨਹੀਂ। ਜਿੱਥੇ ਤੁਹਾਨੂੰ ਸੁਵਿਧਾ ਹੋਏ ਉੱਥੇ ਤੁਸੀਂ ਸੌਦਾ ਕਰ ਸਕਦੇ ਹੋ। ਤਾਂ ਇਹ ਜੋ ਆਜ਼ਾਦੀ ਹੈ ਉਹ ਇਸ ਕਾਨੂੰਨ ਨੇ ਤੁਹਾਨੂੰ ਦਿੱਤੀ ਹੈ। ਜੀ ਪਹਿਲੇ ਤਾਂ ਕਿਸਾਨ ਸੀਗਾ ਹੀ ਜਿਸ ਤਰ੍ਹਾਂ, ਲੇਕਿਨ ਨਏ ਕਾਨੂੰਨ ਦੇ ਹਿਸਾਬ ਨਾਲ ਐਫਪੀਓਜ਼ ਨੂੰ, ਕੋਆਪਰੇਟਿਵ ਨੂੰ, ਕਿਸਾਨ ਨੂੰ ਕੀ ਮੰਨਿਆ ਜਾਏਗਾ? ਤੁਸੀਂ ਜੋ ਪੁੱਛਿਆ ਕਿ ਪਹਿਲੇ ਜੋ ਕਿਸਾਨ ਦੀ ਇੱਕ ਪਰਿਭਾਸ਼ਾ ਸੀ, ਨਏ ਕਾਨੂੰਨ ਦੇ ਹਿਸਾਬ ਨਾਲ ਕਿਸਾਨ ਕੌਣ ਹੈ? ਨਏ ਕਾਨੂੰਨ ਦੇ ਹਿਸਾਬ ਨਾਲ ਜਿੰਨੀ ਵੀ ਕਿਸਾਨ ਦੀਆਂ ਸੰਸਥਾਵਾਂ ਹਨ, ਐਫਪੀਓਜ਼ ਹੈ, ਕੋਆਪਰੇਟਿਵ ਹੈ, ਫਾਰਮਰ ਗਰੁੱਪ ਹੈ, ਇਸ ਕਾਨੂੰਨ ਨੇ ਸਭ ਨੂੰ ਕਿਸਾਨ ਮੰਨਿਆ ਹੈ। ਤਾਂ ਜੋ ਸੁਵਿਧਾਵਾਂ ਕਿਸਾਨਾਂ ਨੂੰ ਮਿਲਣਗੀਆਂ, ਉਹੀ ਸੁਵਿਧਾਵਾਂ ਜੋ ਕਿਸਾਨ ਦੇ ਗਰੁੱਪ ਹਨ ਉਹਨਾਂ ਨੂੰ ਵੀ ਮਿਲੇਗੀ। ਤਾਂ ਇਸ ਨਏ ਕਾਨੂੰਨ ਦੇ ਹਿਸਾਬ ਨਾਲ ਕਿਸਾਨ ਦੀਆਂ ਸੰਸਥਾਵਾਂ ਵੀ ਕਿਸਾਨ ਹੀ ਮੰਨੀਆਂ ਜਾਣਗੀਆਂ। ਪਹਿਲੇ ਮੰਡੀ ਸਿਸਟਮ ਵਿੱਚ ਕੀ ਹੁੰਦਾ ਸੀ? ਲਾਇਸੈਂਸ ਰਹਿੰਦਾ ਸੀ ਮੰਡੀ ਦੇ ਕੋਲ, ਲੇਕਿਨ ਹੁਣ ਜਦ ਨਏ ਕਾਨੂੰਨ ਦੇ ਹਿਸਾਬ ਨਾਲ ਆਦਮੀ ਜਾਂ ਕਿਸਾਨ ਆਪਣਾ ਮਾਲ ਵੇਚੇਗਾ ਜਾਂ ਲੈ ਕੇ ਜਾਏਗਾ, ਉਸ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਇਸ ਦੇ ਕੋਲ ਲਾਇਸੈਂਸ ਹੈ ਜਾਂ ਨਹੀਂ? ਕਿਸ ਤਰ੍ਹਾਂ ਉਹ ਆਪਣੇ ਸਮਾਨ ਨੂੰ ਵੇਚੇਗਾ? ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਹਿਲੇ ਤਾਂ ਲਾਇਸੈਂਸ ਇੱਕ ਹੁੰਦਾ ਸੀ ਮੰਡੀ ਵਿੱਚ, ਲਾਇਸੈਂਸ ਵਾਲੇ ਦੇ ਕੋਲ ਜਾ ਕੇ ਅਸੀਂ ਵਪਾਰ ਕਰਦੇ ਸੀ। ਹੁਣ ਕੀ ਹੋਏਗਾ? ਨਏ ਕਾਨੂੰਨ ਦੇ ਹਿਸਾਬ ਨਾਲ ਜਿਸ ਵੀ ਇਨਸਾਨ ਦੇ ਕੋਲ ਪੈਨ ਕਾਰਡ ਹੈ ਉਹ ਤੁਹਾਥੋਂ ਡੀਲ ਕਰ ਸਕਦਾ ਹੈ, ਕਿਉਂਕਿ ਜੇਕਰ ਕੱਲ੍ਹ ਨੂੰ ਕੋਈ ਵਿਵਾਦ ਹੁੰਦਾ ਹੈ ਤਾਂ ਸਰਕਾਰ ਉਸ ਨੂੰ ਕਿਸ ਤਰ੍ਹਾਂ ਪਕੜੇਗੀ? ਤਾਂ ਜਦ ਲਾਇਸੈਂਸ ਤਾਂ ਹੈ ਨਹੀਂ ਉਸ ਦੇ ਕੋਲ, ਇਸ ਲਈ ਪੈਨ ਕਾਰਡ ਦਾ ਪ੍ਰਾਵਧਾਨ ਕੀਤਾ ਗਿਆ ਹੈ ਕਿ ਜੋ ਵੀ ਵਪਾਰੀ, ਜੋ ਵੀ ਖਰੀਦਦਾਰ ਕਿਸਾਨ ਤੋਂ ਮਾਲ ਲੈਣਾ ਚਾਹਵੇ, ਉਸ ਨੂੰ ਆਪਣਾ ਪੈਨ ਕਾਰਡ ਦੇਣਾ ਹੋਏਗਾ। ਅਤੇ ਜੇਕਰ ਉਹ ਪੈਨ ਕਾਰਡ ਨਹੀਂ ਦਿੰਦਾ ਹੈ
ਤਾਂ ਉਸ ਵਿੱਚ ਇੱਕ ਸਜ਼ਾ ਦਾ ਪ੍ਰਾਵਧਾਨ ਰੱਖਿਆ ਗਿਆ ਹੈ ਕਿ ਸਰਕਾਰ ਉਸ ਤੇ 5 ਲੱਖ ਤੱਕ ਦਾ ਜੁਰਮਾਨਾ ਲਗਾ ਸਕਦੀ ਹੈ। ਤਾਂ ਇਹ ਇੱਕ ਛੋਟੀ ਜਿਹੀ ਕੰਡੀਸ਼ਨ ਡਾਲੀ ਗਈ ਹੈ ਇਸ ਵਿੱਚ, ਤਾਂ ਕਿ ਕਿਸਾਨ ਨਾਲ ਕੋਈ ਧੋਖਾ ਨਾ ਕਰ ਸਕੇ, ਅਤੇ ਧੋਖਾਧੜੀ ਕਰਦਾ ਹੈ ਤਾਂ ਪਕੜਾ ਜਾਏ, ਭੱਜ ਨਾ ਪਾਏ। ਜੇਕਰ ਕੋਈ ਵਪਾਰੀ ਪੈਨ ਨੰਬਰ ਆਪਣਾ ਨਹੀਂ ਦਿੰਦਾ ਹੈ ਤਾਂ ਨਵੇਂ ਕਾਨੂੰਨ ਦੇ ਹਿਸਾਬ ਨਾਲ ਉਸ ਤੇ ਕੀ ਕਾਰਵਾਈ ਹੋ ਸਕਦੀ ਹੈ। ਬਹੁਤ ਜ਼ਰੂਰੀ ਹੈ ਇਹ ਪਤਾ ਲਗਾਉਣਾ ਕਿ ਕਿਸਨੇ ਕਿਸਾਨ ਤੋਂ ਸਮਾਨ ਲਿੱਤਾ, ਅਤੇ ਇਸੇ ਲਈ ਕਾਨੂੰਨ ਵਿੱਚ ਪ੍ਰਾਵਧਾਨ ਹੈ ਪੈਨ ਨੰਬਰ ਦਾ। ਅਤੇ ਜੇਕਰ ਕੋਈ ਵਪਾਰੀ ਪੈਨ ਨੰਬਰ ਨਹੀਂ ਦਿੰਦਾ, ਰਸੀਦ ਤੇ ਪੈਨ ਨੰਬਰ ਨਹੀਂ ਲਿਖਦਾ, ਤੇ ਇਹ ਕਾਨੂੰਨ ਦਾ ਉਲੰਘਣ ਹੈ ਜੀ। ਅਤੇ ਇਹੋ ਜਿਹੇ ਵਪਾਰੀਆਂ ਦੇ ਖਿਲਾਫ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋ ਸਕਦੀ ਹੈ। ਉਸ ਤੇ 5 ਲੱਖ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਅੱਛਾ। ਉਸ ਦਾ ਪੂਰਾ ਪਰਪਸ ਇਹ ਹੈ ਕਿ ਹਰ ਤਰ੍ਹਾਂ ਤੋਂ ਅਸੀਂ ਕਿਸਾਨ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ, ਤਾਂ ਕਿ ਕੋਈ ਕਿਸਾਨ ਦੇ ਨਾਲ ਧੋਖਾਧੜੀ ਨਾ ਕਰ ਸਕੇ। ਜਦ ਅਸੀਂ ਆੜਤੀ ਦੇ ਕੋਲ ਅਨਾਜ, ਬਾਜਰਾ, ਗੇਹੂੰ ਜੋ ਵੀ ਲੈ ਜਾਂਦੇ ਆ, ਇਹ ਪੈਸਾ ਆੜਤੀ ਸਾਨੂੰ ਫੌਰਨ ਦੇ ਦਿੰਦਾ ਸੀ। ਹੁਣ ਸਰਕਾਰ ਦਾ ਨਵਾਂ ਕਾਨੂੰਨ ਹੈ, ਇਹ ਪੈਸਾ ਕਦੋਂ ਦੇਗਾ? ਕਾਨੂੰਨ ਬਹੁਤ ਕਲੀਅਰ ਕਹਿੰਦਾ ਹੈ, ਮਾਲ ਉਠਾਉਣ ਤੋਂ ਪਹਿਲਾਂ ਪੈਸਾ ਦਿਓ। ਜੇਕਰ ਉਸ ਵੇਲੇ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਰਸੀਦ ਦਿਓ, ਅਤੇ 3 ਦਿਨਾਂ ਦੇ ਅੰਦਰ ਅੰਦਰ ਜਿਹੜਾ ਤੁਹਾਡਾ ਹਿਸਾਬ ਬਣਦਾ ਉਹ ਕਿਸਾਨ ਨੂੰ ਚੁਕਾਓ। ਪਹਿਲੇ ਜੋ ਮੰਡੀ ਵਿੱਚ ਅਸੀਂ ਆਪਣਾ ਮਾਲ ਲੈ ਜਾਂਦੇ ਸੀ, ਉਸ ਦੀ ਫੀਸ ਲੱਗਦੀ ਸੀ। ਹੁਣ ਕੀ ਹੋਏਗਾ? ਤੁਸੀਂ ਪੁੱਛਿਆ ਕਿ ਪਹਿਲੇ ਜੋ ਮੰਡੀਆਂ ਵਿੱਚ ਮਾਲ ਵੇਚਦੇ ਸੀ ਤਾਂ ਉਸ ਦੀ ਮੰਡੀ ਫੀਸ ਲੱਗਦੀ ਸੀ, ਠੀਕ। ਨਵੇਂ ਕਾਨੂੰਨ ਦੇ ਹਿਸਾਬ ਨਾਲ ਇਹ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਮੰਡੀ ਦੇ ਬਾਹਰ ਸੌਦਾ ਕਰਦੇ ਹੋ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗੇਗੀ, ਨਾ ਤੁਹਾਡੇ ਤੇ ਲੱਗੇਗੀ, ਨਾ ਤੁਹਾਡੇ ਖਰੀਦਾਰ ਤੇ ਲੱਗੇਗੀ। ਇਹ ਸੁਵਿਧਾ ਹੋਣ ਨਾਲ ਇਹ ਹੋਇਆ ਕਿ ਜੋ ਪੈਸਾ ਪਹਿਲੇ ਮੰਡੀ ਸਮਿਤੀਆਂ ਵਿੱਚ ਜਾਂਦਾ ਸੀ, ਘਟਦਾ ਸੀ, ਅਤੇ ਵਪਾਰੀ ਵੀ ਉਸ ਹਿਸਾਬ ਨਾਲ ਘਟਾ ਕੇ ਪੈਸਾ ਦਿੰਦਾ ਸੀ, ਅਤੇ ਉਹ ਪੈਸਾ ਤੁਹਾਡੇ ਕੋਲ ਆਉਂਦਾ ਸੀ। ਹੁਣ ਨਵੇਂ ਸੌਦੇ ਵਿੱਚ ਇਹ ਹੋਏਗਾ ਕਿ ਕਿਉਂਕਿ ਤੁਹਾਡੇ ਵਿੱਚ ਕੋਈ ਵਿਚੋਲੀਆ ਨਹੀਂ, ਤੁਸੀਂ ਸਿੱਧਾ ਕਸਟਮਰ ਤੋਂ ਗੱਲ ਕਰ ਰਹੇ ਹੋ, ਸਿੱਧਾ ਖਰੀਦਾਰ ਤੋਂ ਗੱਲ ਕਰ ਰਹੇ ਹੋ। ਜਿਹੜਾ ਦਾਮ ਤੈਅ ਹੋਏਗਾ ਉਹ ਪੂਰਾ ਦਾ ਪੂਰਾ ਤੁਹਾਨੂੰ ਮਿਲੇਗਾ, ਨਾ ਉਸ ਵਿੱਚ ਕੋਈ ਮੰਡੀ ਫੀਸ ਕੱਟਣ ਵਾਲੀ ਹੈ, ਨਾ ਕਿਸੇ ਹੋਰ ਤਰ੍ਹਾਂ ਦੀ ਕੋਈ ਪਾਬੰਦੀ ਹੈ। ਤਾਂ ਉਸ ਨਾਲ ਤੁਹਾਡੀ ਆਮਦਨੀ ਵੱਧਦੀ ਹੈ ਅਤੇ ਖਰਚੇ ਘਟਦੇ ਨੇ। ਅਤੇ ਬਾਕੀ ਜੋ ਸਮੱਸਿਆਵਾਂ ਆਉਂਦੀਆਂ ਨੇ, ਮੰਡੀ ਫੀ ਨੂੰ ਲੈ ਕੇ ਰਸੀਦ ਬਣਵਾਓ, ਸੈਕਟਰੀ ਦੇ ਕੋਲ ਜਾਓ, ਉਹ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਤਾਂ ਇਸ ਨਾਲ ਇਹ ਉਮੀਦ ਹੈ ਕਿ ਜਦ ਵਪਾਰੀ ਡਾਇਰੈਕਟ ਤੁਹਾਡੇ ਕੋਲ ਆਏਗਾ, ਤੁਸੀਂ ਵਪਾਰੀ ਨਾਲ ਗੱਲ ਕਰੋਗੇ ਤਾਂ ਜੋ ਆਮਨੇ ਸਾਹਮਣੇ ਸੌਦਾ ਹੋਏਗਾ ਉਹ ਪੂਰਾ ਪੈਸਾ ਤੁਹਾਨੂੰ ਮਿਲੇਗਾ। ਹੁਣ ਨਵੇਂ ਕਾਨੂੰਨ ਦੇ ਹਿਸਾਬ ਨਾਲ ਹੁਣ ਕਿਸਾਨ ਨੂੰ ਕੀ ਸੁਵਿਧਾਵਾਂ ਮੌਜੂਦ ਹਨ? ਪਹਿਲੇ ਤਾਂ ਕੀ ਹੈ, ਟੈਕਨੋਲੋਜੀ ਸੀ ਨਹੀਂ, ਹੁਣ ਨਈ ਟੈਕਨੋਲੋਜੀ ਜਿਵੇਂ ਆ ਗਈ ਹੈ, ਉਸ ਦੇ ਹਿਸਾਬ ਨਾਲ ਕੀ ਪ੍ਰਾਵਧਾਨ ਨੇ ਕਿਸਾਨ ਦੇ ਪਕਸ਼ ਵਿੱਚ। ਹੁਣ ਜੋ ਬਦਲ ਰਹੀ ਹੈ ਦੁਨੀਆ, ਪਹਿਲੇ ਕੀ ਹੁੰਦਾ ਸੀ ਕਿ ਅਸੀਂ ਲੋਕ ਮੰਡੀ ਜਾਂਦੇ ਸੀ, ਆਪਣਾ ਮਾਲ ਲੈ ਕੇ ਉੱਥੇ ਲੋਕਲ ਮੰਡੀ ਵਿੱਚ ਹੀ ਵੇਚਿਆ ਕਰਦੇ ਸੀ। ਹੁਣ ਟੈਕਨੋਲੋਜੀ ਆਉਣ ਨਾਲ ਪੂਰੀ ਦੁਨੀਆ ਖੁੱਲ੍ਹ ਗਈ। ਹੁਣ ਤੁਸੀਂ ਆਪਣੇ ਕੰਪਿਊਟਰ ਤੇ ਬੈਠ ਕੇ, ਆਪਣੇ ਇੰਟਰਨੈਟ ਤੇ ਬੈਠ ਕੇ, ਜਿਵੇਂ ਬਾਕੀ ਈ-ਕਾਮਰਸ ਦੀ ਸਾਈਟ ਹੈ, ਤੁਸੀਂ ਉੱਥੇ ਵੀ ਆਪਣੇ ਕਸਟਮਰ ਨੂੰ ਲੱਭ ਸਕਦੇ ਹੋ। ਜੇਕਰ ਤੁਹਾਡੇ ਕੋਲ ਕੋਈ ਚੰਗੀ ਚੀਜ਼ ਹੈ, ਤੁਸੀਂ ਉਸ ਨੂੰ ਮੇਲ ਕਰ ਸਕਦੇ ਹੋ। ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਹੈ, ਕੁਆਲਿਟੀ ਦੱਸ ਸਕਦੇ ਹੋ ਕਿ ਮੇਰੇ ਕੋਲ ਬਾਜਰਾ A ਗ੍ਰੇਡ ਦਾ ਹੈ, ਕੋਈ ਧਾਨ ਹੈ, ਕੋਈ ਔਰ ਸਬਜ਼ੀ ਹੈ, ਕੋਈ ਹੋਰ ਚੀਜ਼ ਹੈ। ਤੁਸੀਂ ਉੱਥੇ ਉਸ ਨੂੰ ਡਿਸਪਲੇ ਕਰੋ। ਤੁਹਾਨੂੰ ਬਾਇਰ ਜ਼ਰੂਰੀ ਨਹੀਂ ਹੈ ਕਿ ਲੋਕਲ ਮੰਡੀ ਦਾ ਮਿਲੇ। ਜਿਸ ਨੂੰ ਵੀ ਲੱਗੇਗਾ ਕਿ ਇਹ ਚੀਜ਼ ਅੱਛੀ ਹੈ, ਰੀਜ਼ਨੇਬਲ ਰੇਟ ਨੇ, ਤੁਹਾਡੇ ਨਾਲ ਗੱਲ ਕਰੇਗਾ, ਤੁਹਾਡਾ ਸੌਦਾ ਹੋ ਸਕਦਾ ਹੈ। ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਪੂਰੀ ਦੁਨੀਆ ਦਾ ਐਕਸੈਸ ਮਿਲ ਜਾਏਗਾ ਟੈਕਨੋਲੋਜੀ ਪਲੇਟਫਾਰਮ ਨਾਲ। ਇਸੇ ਕਰਕੇ ਭਾਰਤ ਸਰਕਾਰ ਦਾ ਪ੍ਰਯਾਸ ਇਹ ਹੈ ਕਿ ਅਸੀਂ ਮੰਡੀ ਦੇ ਨਾਲ ਮੰਡੀਆਂ ਤਾਂ ਰਹਿਣਗੀਆਂ, ਮੰਡੀ ਦੇ ਨਾਲ ਅਸੀਂ ਇਲੈਕਟ੍ਰੋਨਿਕ ਟ੍ਰੇਡਿੰਗ ਪਲੇਟਫਾਰਮ ਬਣਾਉਣ। ਜੇਕਰ ਕਿਸਾਨ ਮੰਡੀ ਦੇ ਬਾਹਰ ਵਪਾਰ ਕਰਨਾ ਚਾਹੁੰਦਾ ਹੈ, ਦੁਨੀਆ ਦੇ ਕਿਸੇ ਕੋਨੇ ਵਿੱਚ ਵਪਾਰ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਉਹ ਕਰ ਸਕੇ। ਤਾਂ ਪੂਰੀ ਜੋ ਦੁਨੀਆ ਹੈ ਉਹ ਤੁਹਾਡੇ ਲਈ ਬਾਜ਼ਾਰ ਬਣ ਜਾਏਗਾ। ਹੁਣ ਇਹ ਨਵੇਂ ਕਾਨੂੰਨ ਦੇ ਹਿਸਾਬ ਨਾਲ ਕੰਪਿਊਟਰ ਨਾਲ ਆਨਲਾਈਨ ਜਿਹੜਾ ਮਾਲ ਅਸੀਂ ਵੇਚਣਾ ਚਾਹੁੰਦੇ ਹਾਂ, ਜੇਕਰ ਇਸ ਵਿੱਚ ਕੋਈ ਗੜਬੜੀ ਜਾਂ ਚੀਟਿੰਗ ਹੋ ਜਾਂਦੀ ਹੈ ਤਾਂ ਉਸ ਦੇ ਲਈ ਕੀ ਕਾਨੂੰਨ, ਕਿਆ ਪ੍ਰਾਵਧਾਨ ਹੈ, ਕੀ ਕਾਨੂੰਨ ਹੈ? ਜਿਹੜਾ ਇਲੈਕਟ੍ਰੋਨਿਕ ਟ੍ਰੇਡਿੰਗ ਪਲੇਟਫਾਰਮ ਹੈ, ਇੱਥੇ ਬਾਇਰ ਅਤੇ ਸੇਲਰ, ਤੁਸੀਂ ਤੇ ਵਪਾਰੀ ਆਮਨੇ ਸਾਹਮਣੇ ਤਾਂ ਹੈ ਨਹੀਂ। ਇਸ ਹਾਲਤ ਵਿੱਚ ਜੇਕਰ ਕੋਈ ਕਿਸੇ ਤਰ੍ਹਾਂ ਦਾ ਕੋਈ ਧੋਖਾਧੜੀ ਨਾ ਹੋਵੇ, ਉਸ ਦੇ ਲਈ ਜੋ ਪ੍ਰਾਵਧਾਨ ਬਣਨਗੇ ਇਲੈਕਟ੍ਰੋਨਿਕ ਟ੍ਰੇਡਿੰਗ ਪਲੇਟਫਾਰਮ ਵਿੱਚ, ਉਸ ਦੇ ਵਿੱਚ ਜਿਹੜਾ ਖਰੀਦਾਰ ਹੋਏਗਾ ਉਸ ਦਾ ਪੂਰਾ ਡਿਟੇਲ ਰਜਿਸਟ੍ਰੇਸ਼ਨ ਸਰਕਾਰ ਕਰਾਏਗੀ। ਉਸ ਵਿੱਚ ਕੋਡ ਆਫ ਕੰਡਕਟ ਹੋਏਗਾ ਕਿ ਤੁਸੀਂ ਕਿਸਾਨ ਨੂੰ ਕੀ ਕਹੋਗੇ, ਕੀ ਨਹੀਂ ਕਹੋਗੇ, ਤਾਂ ਕਿ ਧੋਖਾਧੜੀ ਨਾ ਹੋਵੇ। ਅਤੇ ਜੋ ਸੁਵਿਧਾਵਾਂ ਹੋਣਗੀਆਂ ਉਸ ਵਿੱਚ ਸਭ ਕੁਝ ਲਿਖਿਆ ਜਾਏਗਾ, ਤਾਂ ਕਿ ਕਿਸਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਪਰਿਚਿਤ ਘਟਨਾ ਜਾਂ ਕਿਸੇ ਤਰ੍ਹਾਂ ਦੀ ਕੋਈ ਐਸੀ ਗੱਲ ਨਾ ਹੋ ਜਾਵੇ ਜਿਸ ਨਾਲ ਉਸ ਨੂੰ ਨੁਕਸਾਨ ਹੋ ਜਾਵੇ। ਅਤੇ ਜੇਕਰ ਕੋਈ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਤਾਂ ਉਸ ਵਿੱਚ ਪ੍ਰਾਵਧਾਨ ਹੈ ਕਾਨੂੰਨ ਵਿੱਚ ਕਿ ਐਸੇ ਲੋਕਾਂ ਤੇ 10 ਲੱਖ ਤੱਕ ਦਾ ਜੁਰਮਾਨਾ, ਜੇਕਰ ਉਹ ਫਿਰ ਵੀ ਨਹੀਂ ਸੁਧਰਦਾ ਹੈ ਤਾਂ ਰੋਜ਼ ਦਾ 10,000 ਦਾ ਜੁਰਮਾਨਾ। ਇਹ ਪ੍ਰਾਵਧਾਨ ਵੀ ਇਸ ਕਾਨੂੰਨ ਵਿੱਚ ਕੀਤਾ ਗਿਆ ਹੈ। ਕੁੱਲ ਮਿਲਾ ਕੇ ਪ੍ਰਾਵਧਾਨ ਇਹ ਹੈ ਕਿ ਜਦ ਅਸੀਂ ਕਿਸਾਨ ਨੂੰ ਨਈ ਸੁਵਿਧਾ ਦੇ ਰਹੇ ਹਾਂ, ਨया ਟ੍ਰੇਡਿੰਗ ਪਲੇਟਫਾਰਮ ਦੇ ਰਹੇ ਹਾਂ, ਤਾਂ ਉੱਥੇ ਪੂਰੀ ਇਮਾਨਦਾਰੀ ਵਰਤੀ ਜਾਏ, ਕੋਈ ਵੀ ਕਿਸਾਨ ਦੇ ਨਾਲ ਗਲਤ ਕੰਮ ਨਾ ਕਰੇ। ਇਹ ਕਾਨੂੰਨ ਵਿੱਚ ਪ੍ਰਾਵਧਾਨ ਹੈ।
ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਿਵੇਂ ਇਹ ਜਿਹੜਾ ਨਵਾਂ ਕਾਨੂੰਨ ਆਇਆ ਹੈ ਉਸ ਵਿੱਚ ਵਪਾਰੀ ਅਤੇ ਸਾਡੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਵਾਦ ਹੋ ਜਾਂਦਾ ਹੈ ਤਾਂ ਅਸੀਂ ਉਸ ਦਾ ਨਿਪਟਾਰਾ ਕਿਵੇਂ ਕਰਾਂਗੇ? ਜਦ ਵੀ ਕੋਈ ਵਪਾਰ ਹੁੰਦਾ ਹੈ ਤਾਂ ਉਸ ਵਿੱਚ ਵਿਵਾਦ ਦੀਆਂ ਸੰਭਾਵਨਾ ਰਹਿੰਦੀਆਂ ਨੇ। ਇਸ ਕਾਨੂੰਨ ਵਿੱਚ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਕਿਸਾਨ ਛੋਟਾ ਹੈ, ਛੋਟੇ-ਛੋਟੇ ਵਿਵਾਦ ਹੋਣਗੇ, ਛੋਟੀ-ਛੋਟੀ ਅਮਾਉਂਟ ਦੇ ਵਿਵਾਦ ਹੋਣਗੇ, ਤਾਂ ਕਿਸਾਨਾਂ ਨੂੰ ਕੋਰਟ ਦੇ ਚੱਕਰ ਨਾ ਕੱਟਣੇ ਪੈਣ, ਵਕੀਲ ਨਾ ਹਾਇਰ ਕਰਨਾ ਪਵੇ, ਵਕੀਲਾਂ ਦੇ ਖਰਚੇ ਨਾ ਦੇਣੇ ਪੈਣ। ਤਾਂ ਇਸ ਵਿੱਚ ਬਹੁਤ ਸਿੰਪਲ ਪ੍ਰਾਵਧਾਨ ਕੀਤਾ ਗਿਆ ਹੈ। ਤਾਂ ਤੁਸੀਂ ਜੋ ਲੋਕਲ ਐਸਡੀਐਮ ਸਾਹਿਬ ਨੇ ਉੱਥੇ ਜਾ ਸਕਦੇ ਹੋ ਕਿ ਦੇਖੋ ਸਾਹਿਬ ਮੇਰੇ ਨਾਲ ਇਹ ਗੜਬੜ ਹੋ ਗਈ ਹੈ। ਤਾਂ ਐਸਡੀਐਮ ਸਾਹਿਬ ਕਿਸੇ ਵੀ ਇੱਕ ਅਧਿਕਾਰੀ ਨੂੰ, ਚਾਹੇ ਉਹ ਉੱਥੇ ਦਾ ਸਰਪੰਚ ਹੋਵੇ, ਐਗਰੀਕਲਚਰ ਅਫਸਰ ਹੋਵੇ, ਕਿਸੇ ਨੂੰ ਵੀ ਕਹਿ ਸਕਦੇ ਨੇ ਕਿ ਇਹਨਾਂ ਦਾ ਜ਼ਰਾ ਵਿਵਾਦ ਦੇਖ ਲਵੋ। ਉਹ ਮੀਡੀਏਸ਼ਨ ਕਰੇਗਾ, ਆਮਨੇ ਸਾਹਮਣੇ ਬਿਠਾ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰੇਗਾ। ਜੇਕਰ ਸਮਝੌਤਾ ਹੋ ਜਾਂਦਾ ਹੈ ਤਾਂ ਬਹੁਤ ਚੰਗੀ ਗੱਲ ਹੈ, ਜੇਕਰ ਨਹੀਂ ਹੁੰਦਾ ਤਾਂ ਵਾਪਸ ਐਸਡੀਐਮ ਸਾਹਿਬ ਨੂੰ ਕਹੇਗਾ ਕਿ ਸਾਹਿਬ ਇਹ ਮੰਨ ਨਹੀਂ ਰਹੇ ਨੇ, ਇਹ ਹਕੀਕਤ ਹੈ, ਹੁਣ ਤੁਹਾਨੂੰ ਜਿਹੜਾ ਫੈਸਲਾ ਕਰਨਾ ਹੈ ਕਰ ਲਵੋ। ਐਸਡੀਐਮ ਸਾਹਿਬ ਉਸ ਦੇ ਆਪਣੇ 30 ਦਿਨਾਂ ਦੇ ਅੰਦਰ ਉਹਨਾਂ ਨੂੰ ਜਜਮੈਂਟ ਦੇਣਾ ਹੈ, ਆਪਣਾ ਵਿਊ ਦੇਣਾ ਹੈ। ਜੇਕਰ ਤੁਹਾਨੂੰ ਮੰਨ ਲਓ ਐਸਡੀਐਮ ਸਾਹਿਬ ਦੀਆਂ ਗੱਲਾਂ ਨਾਲ ਸੰਤੁਸ਼ਟੀ ਨਹੀਂ ਹੈ ਤਾਂ ਉਹਨਾਂ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਤੱਕ ਜਾ ਸਕਦੇ ਹੋ। ਤਾਂ ਬਗੈਰ ਕੋਰਟ ਗਏ, ਬਗੈਰ ਖਰਚਾ ਕੀਤੇ 30 ਦਿਨਾਂ ਦੇ ਅੰਦਰ ਤੁਹਾਨੂੰ ਸਮੱਸਿਆ ਦਾ ਸਮਾਧਾਨ ਮਿਲ ਜਾਏਗਾ। ਪਹਿਲੇ ਸਿਸਟਮ ਵਿੱਚ ਕੋਰਟ ਜਾਣਾ ਪੈਂਦਾ ਸੀ, ਕੋਰਟ ਦੇ ਖਰਚੇ ਸੀ, ਫੈਸਲਾ ਕਦੋਂ ਆਏਗਾ ਇਹ ਕਿਸਾਨ ਨੂੰ ਕਦੇ ਪਤਾ ਨਹੀਂ ਲੱਗਦਾ ਸੀ, ਅਤੇ 10,000 ਜਾਂ 20,000 ਦਾ ਜਿਹੜਾ ਝਗੜਾ ਹੈ ਤਾਂ ਉਸ ਲਈ ਤੁਸੀਂ ਕਿੰਨਾ ਖਰਚਾ ਕਰੋਗੇ। ਤਾਂ ਇਹ ਜਿਹੜਾ ਪ੍ਰਾਵਧਾਨ ਹੈ ਕੋਰਟ ਵਿੱਚ, ਇਹ ਇੰਪੋਰਟੈਂਟ ਹੈ। ਇਹ ਜਿਹੜਾ ਭਾਰਤ ਸਰਕਾਰ ਦਾ ਨਵਾਂ ਕਾਨੂੰਨ ਆਇਆ ਹੈ ਇਹ ਤੁਹਾਡੇ ਲਈ ਨਵਾਂ ਹੈ। ਇਸ ਵਿੱਚ ਬਹੁਤ ਸਾਰੇ ਪ੍ਰਾਵਧਾਨ ਨੇ। ਇਸ ਵਿੱਚ ਕਿਸਾਨਾਂ ਨੂੰ ਜੋ ਪਹਿਲੇ ਵੇਗ ਮੰਡੀ ਸੀ, ਹੁਣ ਤੁਹਾਡੇ ਲਈ ਪੂਰਾ ਬਾਜ਼ਾਰ ਖੋਲ੍ਹ ਦਿੱਤਾ ਗਿਆ ਹੈ। ਲੇਕਿਨ ਇਸ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਹੋਣਗੀਆਂ ਜਿਸ ਨੂੰ ਸਮਝਣ ਵਿੱਚ ਤੁਹਾਨੂੰ ਸ਼ਾਇਦ ਟਾਈਮ ਲੱਗੇਗਾ। ਬਹੁਤ ਸਾਰੇ ਲੋਕ ਤੁਹਾਨੂੰ ਬਹੁਤ ਸਾਰੇ ਤਰੀਕੇ ਸਿਖਾਉਣਗੇ। ਮੇਰਾ ਨਿਵੇਦਨ ਇਹ ਹੈ ਤੁਹਾਡੇ ਕੋਲੋਂ ਕਿ ਜਦੋਂ ਵੀ ਕੋਈ ਨਵਾਂ ਕਾਨੂੰਨ ਆਉਂਦਾ ਹੈ ਤਾਂ ਤੁਸੀਂ ਖੁਦ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ, ਆਪਸ ਵਿੱਚ ਚਰਚਾ ਕਰੋ, ਸਮਝਣ ਦੀ ਕੋਸ਼ਿਸ਼ ਕਰੋ, ਬਹਿਕਾਵੇ ਵਿੱਚ ਨਾ ਆਓ। ਇਹ ਬਹੁਤ ਜ਼ਰੂਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਵਕਤ ਦੇ ਨਾਲ-ਨਾਲ ਚੀਜ਼ਾਂ ਸੁਧਰਨਗੀਆਂ ਅਤੇ ਉਹ ਜਿਹੜੀ ਕਿਸਾਨਾਂ ਦੀ ਸਮੱਸਿਆ ਹੈ ਉਸ 'ਤੇ ਧਿਆਨ ਦਿੱਤਾ ਜਾਏਗਾ। ਅਤੇ ਆਉਣ ਵਾਲੇ ਸਮੇਂ ਵਿੱਚ ਸਭ ਦਾ ਪ੍ਰਯਾਸ ਇਹੀ ਹੈ ਕਿ ਦੇਸ਼ ਦੀ ਖੇਤੀ ਅਤੇ ਕਿਸਾਨ ਸਮਰਿੱਧ ਹੋ ਅਤੇ ਅੱਗੇ ਵਧੇ। ਤੁਹਾਡੇ ਲੋਕਾਂ ਨਾਲ ਮਿਲੇ ਬਹੁਤ ਬਹੁਤ ਚੰਗਾ ਲੱਗਾ ਅਤੇ ਬਹੁਤ ਬਹੁਤ ਧੰਨਵਾਦ। ਤੁਸੀਂ ਲੋਕਾਂ ਨੇ ਟਾਈਮ ਦਿੱਤਾ ਅਤੇ ਬਹੁਤ ਚੰਗੀ ਚਰਚਾ ਰਹੀ, ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਲੋਕਾਂ ਤੋਂ। ਸੌਰਵ, ਤੁਹਾਡਾ ਵੀ ਧੰਨਵਾਦ। ਫਿਰ ਮਿਲਾਂਗੇ। ਕਿਸਾਨ ਭਰਾਵੋ ਨਮਸਕਾਰ। ਹੁਣੇ ਤੁਸੀਂ ਸਾਡੇ ਕਿਸਾਨ ਭਰਾਵਾਂ ਨਾਲ ਇੱਕ ਚਰਚਾ ਸੁਣੀ। ਬਹੁਤ ਸਾਰੇ ਮਹੱਤਵਪੂਰਨ ਸਵਾਲ ਨਿਕਲ ਕੇ ਆਏ। ਉਹਨਾਂ ਦੇ ਵਿੱਚੋਂ ਕੁਝ ਦੇ ਉੱਤੇ ਮੈਂ ਵਿਸਤਾਰ ਨਾਲ ਚਰਚਾ ਕਰਾਂਗਾ ਤਾਂ ਕਿ ਤੁਹਾਨੂੰ ਇਨ ਸਭ ਸਵਾਲਾਂ ਦੇ ਜਵਾਬ ਢੰਗ ਨਾਲ ਸਮਝ ਵਿੱਚ ਆ ਜਾਣ। ਕਿਸਾਨ ਭਰਾਵੋ, ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਕਾਨੂੰਨ ਦੀ ਜ਼ਰੂਰਤ ਕੀ ਸੀ। ਜਿਸ ਤਰ੍ਹਾਂ ਬਾਕੀ ਵਪਾਰਾਂ ਵਿੱਚ ਜੋ ਮੈਨੂਫੈਕਚਰਰ ਹੈ ਉਸ ਨੂੰ ਇਸ ਗੱਲ ਦੀ ਆਜ਼ਾਦੀ ਹੈ ਕਿ ਉਹ ਕਿੱਥੇ ਆਪਣਾ ਸਮਾਨ ਵੇਚੇ, ਇਹ ਉਹ ਚੂਜ਼ ਕਰ ਸਕਦਾ ਹੈ। ਜਿੱਥੇ ਸਹੀ ਕੀਮਤ ਮਿਲੇ ਉੱਥੇ ਉਹ ਆਪਣਾ ਸਮਾਨ ਵੇਚ ਸਕਦਾ ਹੈ। ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਮੰਡੀ ਦੇ ਬਾਹਰ, ਚਾਹੇ ਤੁਸੀਂ ਆਪਣੇ ਖੇਤ 'ਤੇ, ਵੇਅਰ ਹਾਊਸ ਵਿੱਚ, ਗੋਦਾਮ ਵਿੱਚ, ਸਾਈਲੋ ਵਿੱਚ, ਵਾਇਰ ਦੀ ਫੈਕਟਰੀ ਵਿੱਚ, ਜਿੱਥੇ ਤੁਹਾਨੂੰ ਠੀਕ ਕੀਮਤ ਮਿਲਦੀ ਹੈ ਤੁਸੀਂ ਉੱਥੇ ਵੇਚ ਸਕਦੇ ਹੋ। ਮੰਡੀ ਦੇ ਬਾਹਰ ਦਾ ਜੋ ਖੇਤਰ ਹੈ ਉਹ ਸਾਰਾ ਇਸ ਕਾਨੂੰਨ ਦੇ ਹਿਸਾਬ ਨਾਲ ਵਪਾਰ ਲਈ ਸੁਰੱਖਿਅਤ ਹੈ ਅਤੇ ਅਲਾਓ ਕੀਤਾ ਗਿਆ ਹੈ। ਨਵੇਂ ਕਾਨੂੰਨ ਦੇ ਹਿਸਾਬ ਨਾਲ APMC ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜਿਸ ਤਰ੍ਹਾਂ ਨਾਲ APMC ਪਹਿਲੇ ਕੰਮ ਕਰਦੀ ਸੀ, ਅੱਗੇ ਵੀ ਕਰੇਗੀ। APMC ਰਾਜ ਸਰਕਾਰਾਂ ਦਾ ਅਧਿਕਾਰ ਖੇਤਰ ਹੈ ਅਤੇ ਉਹ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਹੀ ਰਹੇਗੀ। ਜੋ ਕਿਸਾਨ ਚਾਹੁੰਦਾ ਹੈ ਉਹ APMC ਵਿੱਚ ਜਾ ਕੇ ਵੀ ਆਪਣਾ ਸਮਾਨ ਵੇਚ ਸਕਦੇ ਨੇ। ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਵੇਂ ਕਾਨੂੰਨ ਵਿੱਚ ਨਹੀਂ ਹੈ। ਬਹੁਤ ਸਾਰੇ ਕਿਸਾਨ ਭਰਾ ਪੁੱਛਦੇ ਨੇ MSP ਦਾ ਕੀ ਹੋਇਆ। MSP ਦੀ ਪ੍ਰਕਿਰਿਆ ਜਿਵੇਂ ਪਹਿਲੇ ਇਸ ਦੇਸ਼ ਵਿੱਚ ਚੱਲਦੀ ਸੀ, ਅੱਗੇ ਵੀ ਚੱਲਦੀ ਰਹੇਗੀ। ਇਸ ਕਾਨੂੰਨ ਦਾ MSP ਤੇ ਕਿਸੇ ਤਰ੍ਹਾਂ ਦਾ ਕੋਈ ਹਸਤਕਸ਼ੇਪ, ਕੋਈ ਪ੍ਰਭਾਵ ਨਹੀਂ ਹੈ। ਹੁਣ ਜਦ ਤੁਸੀਂ ਮੰਡੀ ਦੇ ਬਾਹਰ ਜੇਕਰ ਸੌਦਾ ਕਰਦੇ ਹੋ ਤਾਂ ਉਸ 'ਤੇ ਕਿੰਨਾ ਟੈਕਸ ਲੱਗੇਗਾ, ਮੰਡੀ ਦਾ ਚਾਰਜ ਕਿਤਨਾ ਲੱਗੇਗਾ, ਕਾਨੂੰਨ ਦੇ ਹਿਸਾਬ ਨਾਲ ਜੇਕਰ ਤੁਸੀਂ ਰਾਜ ਸਰਕਾਰ ਦੀ APMC ਮੰਡੀ ਦੇ ਬਾਹਰ ਜੇਕਰ ਸੌਦਾ ਕਰਦੇ ਹੋ ਤਾਂ ਉਸ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਹੈ, ਕੋਈ ਫੀਸ ਨਹੀਂ ਹੈ। ਨਾ ਤੁਹਾਡੇ 'ਤੇ ਕੋਈ ਫੀਸ ਲੱਗੇਗੀ, ਨਾ ਖਰੀਦਾਰ 'ਤੇ ਕੋਈ ਫੀਸ ਲੱਗੇਗੀ। ਇਹ ਗੱਲ ਵੀ ਤੁਹਾਡੇ ਫਾਇਦੇ ਦੀ ਹੈ ਤਾਂ ਕਿ ਪੂਰਾ ਪੈਸਾ ਕਿਸਾਨ ਨੂੰ ਮਿਲੇ। ਬਹੁਤ ਸਾਰੇ ਕਿਸਾਨ ਭਰਾਵਾਂ ਦੇ ਸਵਾਲ ਨੇ ਕਿ ਪੇਮੈਂਟ ਕਿਵੇਂ ਮਿਲੇਗਾ, ਕਦੋਂ ਮਿਲੇਗਾ। ਕਾਨੂੰਨ ਬਹੁਤ ਸਾਫ਼ ਕਹਿੰਦਾ ਹੈ ਕਿ ਜਿਸ ਤਰੀਕ ਨੂੰ ਸੌਦਾ ਹੋਏਗਾ ਉਸੇ ਦਿਨ ਕਿਸਾਨ ਨੂੰ ਪੇਮੈਂਟ ਮਿਲਣਾ ਚਾਹੀਦਾ ਹੈ। ਜੇਕਰ ਕਿਸੇ ਵਜ੍ਹਾ ਨਾਲ ਵਪਾਰੀ ਪੇਮੈਂਟ ਨਹੀਂ ਦੇ ਪਾ ਰਿਹਾ ਪੂਰੀ, ਤਾਂ ਉਸ ਨੂੰ ਉਹ ਰਸੀਦ ਦੇਣੀ ਪਏਗੀ ਕਿ ਮੈਂ ਕਿਸਾਨ ਨਾਲ ਕਿੰਨੇ ਦਾ ਸੌਦਾ ਕੀਤਾ ਅਤੇ 3 ਦਿਨਾਂ ਦੇ ਅੰਦਰ ਅੰਦਰ ਉਸ ਨੂੰ ਕਿਸਾਨ ਦਾ ਪੂਰਾ ਹਿਸਾਬ ਚੁਕਤਾ ਕਰਨਾ ਹੋਏਗਾ। ਇਹ ਕਾਨੂੰਨੀ ਪ੍ਰਾਵਧਾਨ ਹੈ। ਵਿਵਾਦ ਦੇ ਹਾਲਾਤ ਵਿੱਚ ਕੀ ਪ੍ਰਾਵਧਾਨ ਕੀਤੇ ਗਏ ਨੇ। ਇਸ ਵਿੱਚ ਬਹੁਤ ਚੰਗੀ ਗੱਲ ਕਹੀ ਗਈ ਹੈ ਕਿ ਕਿਸਾਨਾਂ ਨੂੰ
ਕਮ ਖਰਚੇ ਵਾਲੇ ਸਾਧਨ ਨਾਲ ਕਿਸ ਤਰ੍ਹਾਂ ਤੋਂ ਜਲਦੀ ਉਹਨਾਂ ਦੀ ਸਮੱਸਿਆ ਦਾ ਸਮਾਧਾਨ ਹੋਵੇ, ਇਸ ਦਾ ਪੂਰਾ ਪ੍ਰਾਵਧਾਨ ਕੀਤਾ ਗਿਆ ਹੈ। ਜਿਹੜਾ ਕਾਨੂੰਨ ਅੱਜ ਭਾਰਤ ਵਿੱਚ ਕਮਰਸ਼ੀਅਲ ਟ੍ਰਾਂਜੈਕਸ਼ਨ ਵਿੱਚ ਇੰਡਸਟਰੀ ਲਈ ਹੈ, ਉਹੀ ਕਾਨੂੰਨ ਅਸੀਂ ਕਿਸਾਨਾਂ ਵਿੱਚ ਲੈ ਕੇ ਆਏ ਹਾਂ ਤਾਂ ਕਿ ਕਿਸਾਨਾਂ ਦਾ ਜੋ ਵਿਵਾਦ ਹੈ ਉਸ ਦਾ ਨਿਪਟਾਰਾ ਲੋਕਲ ਸਤਰ ਤੇ ਹੋ ਜਾਵੇ। ਉਦਾਹਰਣ ਲਈ, ਜੇਕਰ ਕੋਈ ਵਿਵਾਦ ਹੁੰਦਾ ਹੈ ਤਾਂ ਕਿਸਾਨ ਐਸਡੀਐਮ ਸਾਹਿਬ ਕੋਲ ਜਾ ਸਕਦਾ ਹੈ, ਜੋ ਵੀ ਉਹਨਾਂ ਦੇ ਨਜ਼ਦੀਕ ਐਸਡੀਐਮ ਹਨ, ਉਹਨਾਂ ਨਾਲ ਵਿਵਾਦ ਦੇ ਬਾਰੇ ਦੱਸ ਸਕਦਾ ਹੈ। ਐਸਡੀਐਮ ਸਾਹਿਬ ਇੱਕ ਬੋਰਡ ਦਾ ਗਠਨ ਕਰ ਸਕਦੇ ਨੇ, ਜਿਸ ਵਿੱਚ 30 ਦਿਨਾਂ ਵਿੱਚ ਬੋਰਡ ਨੂੰ ਤੁਹਾਡੀਆਂ ਸਮੱਸਿਆਵਾਂ ਨੂੰ ਸਮਝ ਕੇ ਦੋਵਾਂ ਪਾਰਟੀਆਂ ਨੂੰ ਬੁਲਾ ਕੇ ਆਪਣਾ ਫੈਸਲਾ ਦੇਣਾ ਹੋਏਗਾ। ਇਸ ਦਾ ਫਾਇਦਾ ਕੀ ਹੈ? ਇਸ ਦਾ ਫਾਇਦਾ ਇਹ ਹੈ ਕਿ ਤੁਹਾਨੂੰ ਕੋਰਟ ਦੇ ਚੱਕਰ ਨਹੀਂ ਕੱਟਣੇ, ਤੁਹਾਨੂੰ ਵਕੀਲਾਂ ਦੇ ਚੱਕਰ ਨਹੀਂ ਕੱਟਣੇ, ਤੁਹਾਨੂੰ ਵਾਸਤੂ ਸਥਿਤੀ ਸਮਝ ਕੇ ਤੁਹਾਡੇ ਫੇਵਰ ਵਿੱਚ ਜਾਂ ਜੋ ਵੀ ਸਥਿਤੀ ਹੋਏਗੀ ਉਸ ਦੇ ਆਧਾਰ ਤੇ ਫੈਸਲਾ ਦਿੱਤਾ ਜਾਏਗਾ। ਜੇਕਰ ਕੋਈ ਵਪਾਰੀ ਜਾਣ-ਬੁੱਝ ਕੇ ਕਿਸਾਨਾਂ ਨੂੰ ਤੰਗ ਕਰਦਾ ਹੈ ਅਤੇ ਮੁੱਦਾ ਐਸਡੀਐਮ ਸਾਹਿਬ ਤੱਕ ਜਾਂਦਾ ਹੈ ਅਤੇ ਜੇਕਰ ਉਹ ਫੈਸਲਾ ਵਪਾਰੀ ਦੇ ਖਿਲਾਫ ਆਂਦਾ ਹੈ ਤਾਂ ਉਸ ਵਿੱਚ 25,000 ਤੋਂ ਲੈ ਕਰਕੇ 5 ਲੱਖ ਰੁਪਏ ਤੱਕ ਦੇ ਪਨਿਸ਼ਮੈਂਟ ਦਾ ਪ੍ਰਾਵਧਾਨ, ਫਾਈਨ ਦਾ ਪ੍ਰਾਵਧਾਨ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਦਿੱਕਤ ਨਾ ਹੋਵੇ ਅਤੇ ਵਪਾਰੀ ਵੀ ਜਾਣ-ਬੁੱਝ ਕੇ ਕਿਸਾਨਾਂ ਨੂੰ ਤੰਗ ਨਾ ਕਰਨ। ਇਹ ਅੱਜ ਵਸਤੂ ਸਥਿਤੀ ਹੈ ਅਤੇ ਜੇਕਰ ਤੁਸੀਂ ਮੰਨ ਲਓ ਐਸਡੀਐਮ ਸਾਹਿਬ ਦੀ ਗੱਲ ਤੇ ਸਹਿਮਤ ਨਹੀਂ ਹੋ ਤਾਂ ਤੁਸੀਂ ਹਾਇਰ ਅਧਿਕਾਰੀ ਜੋ ਉਹਨਾਂ ਦੇ ਉੱਤੇ ਹੈ ਉੱਥੇ ਵੀ ਜਾ ਸਕਦੇ ਹੋ। ਕਿਸਾਨ ਸਾਥੀਓ, ਇੱਕ ਗੱਲ ਹੋਰ, ਅਕਸਰ ਲੋਕਾਂ ਨੂੰ ਕਹਿੰਦੇ ਇਹ ਸੁਣਿਆ ਗਿਆ ਹੈ ਕਿ ਤੁਸੀਂ ਆਪਣੇ ਕਿਸਾਨਾਂ ਨੂੰ ਕੋਰਟ ਵਿੱਚ ਜਾਣ ਤੋਂ ਕਿਉਂ ਰੋਕਿਆ। ਵੇਖੋ, ਇਸ ਦੇਸ਼ ਵਿੱਚ ਕੋਰਟ ਦੀ ਪ੍ਰਕਿਰਿਆ ਦੇ ਬਾਰੇ ਵਿੱਚ ਤੁਹਾਨੂੰ ਪਤਾ ਹੈ, ਬਹੁਤ ਲੰਮੀ ਹੈ, ਖਰਚੇ ਹੁੰਦੇ ਨੇ, ਵਕੀਲ ਰੱਖਣਾ ਪੈਂਦਾ ਹੈ ਅਤੇ ਪਤਾ ਨਹੀਂ ਫੈਸਲਾ ਕਦੋਂ ਆਏਗਾ। ਅਸੀਂ ਚਾਹੁੰਦੇ ਸੀ ਕਿਸਾਨ ਨੂੰ ਫੌਰਨ ਨਿਆਂ ਮਿਲੇ। ਕ੍ਰਿਸ਼ਕ ਉਪਜ ਵਪਾਰ ਕਾਨੂੰਨ ਭਾਰਤ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਦੇਖ ਕੇ ਬਣਾਇਆ ਗਿਆ ਹੈ। ਜਿਸ ਤਰ੍ਹਾਂ ਦੀਆਂ ਕਿਸਾਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਉਸ ਦਾ ਸਮਾਧਾਨ ਕਿਵੇਂ ਹੋਏ, ਇਸ ਦੇ ਲਈ ਬਣਾਇਆ ਗਿਆ ਹੈ। ਕਿਸਾਨਾਂ ਦੀ ਸਮਰਿੱਧੀ ਲਈ ਬਣਾਇਆ ਗਿਆ ਹੈ। ਮੇਰਾ ਨਿਵੇਦਨ ਹੈ ਤੁਸੀਂ ਸਾਰਿਆਂ ਨੂੰ ਕਿ ਇਸ ਕਾਨੂੰਨ ਨੂੰ ਸਮਝੋ, ਇਸ ਦੇ ਪ੍ਰਾਵਧਾਨਾਂ ਨੂੰ ਸਮਝੋ ਅਤੇ ਇਸ ਦਾ ਫਾਇਦਾ ਉਠਾਓ। ਲੋਕਾਂ ਦੇ ਬਹਿਕਾਵੇ ਵਿੱਚ ਜਾਂ ਕਿਸੇ ਹੋਰ ਦੇ ਬਹਿਕਾਵੇ ਵਿੱਚ ਨਾ ਆਓ। ਬਸ ਇਹੀ ਮੇਰਾ ਨਿਵੇਦਨ ਆਪ ਨਾਲ ਹੈ। ਬਹੁਤ ਬਹੁਤ ਧੰਨਵਾਦ।